सुनो सनामा पाठ पढ़ावा, आओ बच्चों सुनो सनामा पाठ पढ़ावा। तो सुन के हुंदा पूरा याद सैंस पंजाबी अते हिसाब, ओ लगे अंग्रेजी भी प्यारी, हिंदी समाजिक पढ़ लो सारी। चंगियां गल्लां गीत भी गावा, सुनो सनावा पाठ पढ़ावा, सुनो सनावा पाठ पढ़ावा। दुआपा रेडियो। सतगुर नानक परगटिया, मिट्टी धुंध जग चानण होआ। ज्यों कर सूरज निकलिया, तारे छपे अंधेर पलोआ। सिंह बुके मेरे गावली, भन्नी जाए ना तीर तरोआ। सतगुर नानक परगटिया, मिट्टी धुंध जग चानण होआ। 10वीं जमात विच पढ़दे प्यारे विद्यार्थियों, सब तो पहला तुहानू सारिਆਂ ਨੂੰ सत श्री अकाल। मैं करमजीत सिंह, पंजाबी मास्टर, सरकारी हाई स्कूल खेड़ी झमेड़ी लुधियाना, ਤੁਹਾਡੇ ਨਾਲ ਅੱਜ ਤੁਹਾਡੀ ਪੰਜਾਬੀ ਸਾਹਿਤਮਾਲਾ ਪਾਠ ਪੁਸਤਕ ਹੈ। ਉਸ ਦੇ ਵਿੱਚ ਗੁਰਮਤ ਕਾਵਿ ਦੇ ਵਿੱਚ ਭਾਈ ਗੁਰਦਾਸ ਜੀ ਦੀਆਂ ਜੋ ਰਚਨਾਵਾਂ ਨੇ ਉਹਨਾਂ ਬਾਰੇ ਅੱਜ ਮੈਂ ਸਾਂਝ ਪਾਵਾਂਗਾ, ਜੋ ਮੈਂ ਹੁਣੇ ਹੀ ਗਾ ਕੇ ਤੁਹਾਡੇ ਨਾਲ ਬੋਲ ਸਾਂਝੇ ਕੀਤੇ ਹਨ। ਸਤਿਗੁਰ ਨਾਨਕ ਪ੍ਰਗਟਿਆ, ਇਹ ਤੁਸੀਂ ਪਹਿਲਾਂ ਬਹੁਤ ਵਾਰੀ ਸੁਣੇ ਹੋਣਗੇ। ਜਦੋਂ ਵੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੁੰਦਾ ਹੈ ਜਾਂ ਪ੍ਰਭਾਤ ਫੇਰੀਆਂ ਹੁੰਦੀਆਂ ਹਨ, ਇਹ ਸ਼ਬਦ ਬਹੁਤ ਵਾਰੀ ਸਾਡੇ ਰਾਗੀ ਸਿੰਘਾਂ ਵੱਲੋਂ ਗਾਇਆ ਜਾਂਦਾ ਹੈ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਸਮਝ ਗਏ ਹੋਵੋਗੇ ਕਿ ਇਹ ਸ਼ਬਦ ਕਿਹਨਾਂ ਦਾ ਲਿਖਿਆ ਹੋਇਆ ਹੈ। ਸੋ ਭਾਈ ਗੁਰਦਾਸ ਜੀ ਵੱਲੋਂ ਇਹ ਲਿਖਿਆ ਗਿਆ ਸ਼ਬਦ, ਜੋ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਬਾਰੇ ਲਿਖਿਆ ਹੈ। ਪਿਆਰੇ ਵਿਦਿਆਰਥੀਓ, ਪਾਠ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਤੁਹਾਨੂੰ ਮੈਂ ਫਿਰ ਇਹ ਕਹਿਣਾ ਚਾਹਾਂਗਾ ਕਿ ਜੇਕਰ ਤੁਹਾਡੇ ਕੋਲ ਕਾਪੀ ਪੈਨ ਹੈ ਤਾਂ ਬਹੁਤ ਵਧੀਆ ਗੱਲ ਹੈ। ਅਗਰ ਕਾਪੀ ਤੇ ਪੈਨ ਤੁਸੀਂ ਆਪਣੇ ਕੋਲ ਨਹੀਂ ਰੱਖਿਆ ਤਾਂ ਕਿਰਪਾ ਕਰਕੇ ਕਾਪੀ ਤੇ ਪੈਨ ਹੁਣੇ ਹੀ ਲਿਆ ਕੇ ਆਪਣੇ ਕੋਲ ਰੱਖ ਲਵੋ, ਤਾਂ ਕਿ ਕੋਈ ਵੀ ਜ਼ਰੂਰੀ ਗੱਲ ਹੋਵੇ ਉਹ ਤੁਸੀਂ ਨਾਲ ਦੀ ਨਾਲ ਆਪਣੀ ਕਾਪੀ ਤੇ ਨੋਟ ਕਰ ਸਕੋ ਅਤੇ ਉਸ ਤੋਂ ਬਾਅਦ ਪੱਕੀ ਕਾਪੀ ਤੇ ਤੁਸੀਂ ਇਹਨਾਂ ਨੂੰ ਲਿਖ ਸਕੋ, ਕਿਉਂਕਿ ਜਿੰਨਾ ਲਿਖਾਂਗੇ ਓਨਾ ਹੀ ਸਿੱਖਾਂਗੇ। ਸੋ ਸਭ ਤੋਂ ਪਹਿਲਾਂ ਪਿਆਰੇ ਵਿਦਿਆਰਥੀਓ, ਪ੍ਰਸੰਗ ਵਿਆਖਿਆ ਦੀ ਗੱਲ ਆਪਾਂ ਕਰੀਏ। ਕਿਸੇ ਵੀ ਕਵਿਤਾ ਦੀ ਪੇਪਰ ਦੇ ਵਿੱਚ ਆਉਂਦੀ ਹੁੰਦੀ ਹੈ। ਤੁਸੀਂ 9ਵੀਂ ਜਮਾਤ ਵਿੱਚ ਵੀ ਕਵਿਤਾਵਾਂ ਦੀ ਪ੍ਰਸੰਗ ਵਿਆਖਿਆ ਕੀਤੀ ਹੈ, ਕੇਂਦਰੀ ਭਾਵ ਕੀਤੇ ਹਨ। ਆਪਾਂ ਇਸ ਤੋਂ ਪਹਿਲਾਂ ਕੁਝ ਪਾਠ ਕੀਤੇ ਹਨ ਜਿਨ੍ਹਾਂ ਵਿੱਚ ਗੁਰਮਤ ਕਾਵਿ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ, ਉਸ ਤੋਂ ਬਾਅਦ ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ ਦੀਆਂ ਰਚਨਾਵਾਂ ਵੀ ਤੁਸੀਂ ਸੁਣ ਚੁੱਕੇ ਹੋ। ਪ੍ਰਸੰਗ ਵਿਆਖਿਆ ਤੁਸੀਂ ਲਿਖਣੀ ਜਾਣ ਚੁੱਕੇ ਹੋ, ਕੇਂਦਰੀ ਭਾਵ ਜਾਣ ਚੁੱਕੇ ਹੋ। ਇਸੇ ਤਰ੍ਹਾਂ ਛੋਟੇ ਪ੍ਰਸ਼ਨ ਤੁਹਾਨੂੰ ਜੋ ਪੇਪਰ ਦੇ ਵਿੱਚ ਇਹਨਾਂ ਰਚਨਾਵਾਂ ਦੇ ਨਾਲ ਸੰਬੰਧਿਤ ਆਉਂਦੇ ਹਨ, ਉਹ ਵੀ ਤੁਸੀਂ ਜਾਣਦੇ ਹੋ ਕਿ ਨੋਟ ਕਰਨੇ ਹਨ। ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਤੋਂ ਪਹਿਲਾਂ ਪਿਆਰੇ ਵਿਦਿਆਰਥੀਓ, ਤੁਹਾਡੇ ਨਾਲ ਭਾਈ ਗੁਰਦਾਸ ਜੀ ਦੇ ਜੀਵਨ ਬਾਰੇ ਪਹਿਲਾਂ ਸਾਂਝ ਪਾਉਂਦੇ ਹਾਂ। ਭਾਈ ਗੁਰਦਾਸ ਜੀ ਦਾ ਜੋ ਜੀਵਨ ਕਾਲ ਹੈ ਉਹ 1559 ਤੋਂ 1637 1559 ਤੋਂ 1637 ਹੈ। ਭਾਈ ਗੁਰਦਾਸ ਜੀ ਦਾ ਜਨਮ ਗੁਰੂ ਅਮਰਦਾਸ ਜੀ ਦੇ ਭੱਲਾ ਘਰਾਣੇ ਵਿੱਚ ਹੋਇਆ। ਭਾਈ ਗੁਰਦਾਸ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ। ਆਪ ਸੰਸਕ੍ਰਿਤ, ਬ੍ਰਜ ਭਾਸ਼ਾ, ਫਾਰਸੀ ਅਤੇ ਪੰਜਾਬੀ ਦੇ ਵਿਦਵਾਨ ਸਨ। ਸਿੱਖ ਮਤ ਦੇ ਪ੍ਰਚਾਰ ਲਈ ਆਪ ਆਗਰੇ, ਬਨਾਰਸ, ਉਜੈਨ ਆਦਿ ਥਾਵਾਂ ਤੇ ਗਏ। ਭਾਈ ਗੁਰਦਾਸ ਮਹਾਨ ਸ਼ਖਸੀਅਤ ਦੇ ਮਾਲਕ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸੱਚੇ ਗੁਰਸਿੱਖ ਦੀ ਤਰ੍ਹਾਂ ਉੱਚਾ ਤੇ ਸੁੱਚਾ ਬਤੀਤ ਕੀਤਾ। ਆਪ ਨੇ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਹਿਲੀ ਵਾਰ ਆਪਣੇ ਹੱਥ ਨਾਲ ਲਿਖਿਆ। ਭਾਈ ਗੁਰਦਾਸ ਜੀ ਨੇ 40 ਵਾਰਾਂ ਲਿਖੀਆਂ ਜੋ ਸ਼ੁੱਧ ਟਕਸਾਲੀ ਪੰਜਾਬੀ ਵਿੱਚ ਹਨ। ਬ੍ਰਜ ਭਾਸ਼ਾ ਵਿੱਚ ਆਪ ਦੇ 556 ਕਵਿਤ ਸਵਈਏ ਪ੍ਰਸਿੱਧ ਹਨ। 12 ਵਿੱਚ ਆਪ ਨੇ ਗੁਰੂ ਤੇ ਪਰਮੇਸ਼ਰ ਦਾ ਪਿਆਰ, ਸ਼ਰਧਾ ਤੇ ਸਤਿਕਾਰ ਦ੍ਰਿੜ ਕਰਵਾਇਆ ਹੈ। ਜਿੱਥੇ ਦੁਰਾਚਾਰ ਦੀ ਨਿਖੇਧੀ ਕੀਤੀ ਹੈ, ਉੱਥੇ ਸਦਾਚਾਰ ਦੀ ਸਿੱਖਿਆ ਵੀ ਦਿੱਤੀ ਹੈ। ਆਪ ਨੇ ਗੁਰਮਤ ਦੇ ਸਿਧਾਂਤਾਂ ਦੀ ਵਿਆਖਿਆ ਕੀਤੀ ਹੈ, ਜਿਸ ਕਰਕੇ ਆਪ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ। ਸਭ ਤੋਂ ਪਹਿਲੀ ਰਚਨਾ ਜੋ ਆਪ ਦੀ ਪਾਠ ਪੁਸਤਕ ਵਿੱਚ ਸ਼ਾਮਲ ਹੈ, ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਉਸ ਤੋਂ ਬਾਅਦ ਆਪਾਂ ਇਹਨਾਂ ਦੀ ਵਿਆਖਿਆ ਕਰਾਂਗੇ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਸਿੰਘ ਬੁਕੇ ਮਿਰਗਾਵਲੀ, भन्नी जाए ना तीर तरोआ।
ਜਿੱਥੇ ਬਾਬਾ ਪੈਰ ਧਰ ਪੂਜਾ ਆਸਣ ਥਾਪਣ ਸੋਆ। ਸਿਧ ਆਸਣ ਸਭ ਜਗਤ ਦੇ ਨਾਨਕ ਆਦਮ ਤੇਜੇ ਕੋਆ। ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਪਿਆਰੇ ਵਿਦਿਆਰਥੀਓ, ਇਹ ਰਚਨਾ ਭਾਈ ਗੁਰਦਾਸ ਜੀ ਨੇ ਲਿਖੀ ਹੈ। ਕੁਝ ਔਖੇ ਸ਼ਬਦਾਂ ਦੇ ਅਰਥ ਨੇ, ਪਹਿਲਾਂ ਉਹ ਤੁਸੀਂ ਨੋਟ ਕਰ ਲਵੋ, ਫਿਰ ਆਪਣੇ ਲਈ ਵਿਆਖਿਆ ਕਰਨੀ ਸੌਖੀ ਹੋ ਜਾਵੇਗੀ, ਤੁਹਾਡੇ ਲਈ ਵਿਆਖਿਆ ਸਮਝਣੀ ਸੌਖੀ ਹੋ ਜਾਵੇਗੀ। ਪਲੋਆ ਸ਼ਬਦ ਹੈ ਜਿਸ ਦਾ ਅਰਥ ਹੈ ਦੂਰ ਹੋਇਆ। ਤਾਰੇ ਛਪੇ ਅੰਧੇਰ ਪਲੋਆ। ਸਿੰਘ ਭਾਵ ਸ਼ੇਰ। ਮਿਰਗਾਵਲੀ ਭਾਵ ਹਰਨਾਂ ਦੀ ਕਤਾਰ। ਭੰਨੀ ਭਾਵ ਦੌੜਦੀ। ਨਾ ਧੀਰ ਧਰੋਆ ਧੀਰਜ ਨਹੀਂ ਧਰਦੀ। ਵਿਸੋਆ ਵਿਸਾਖੀ ਭਾਵ ਨਵਾਂ ਦਿਨ। ਚਾਰ ਚੱਕ ਚਾਰੇ ਕੂੰਟਾਂ। ਢੋਆ ਮੇਲ ਆਸਰਾ। ਸੋ ਪਿਆਰੇ ਵਿਦਿਆਰਥੀਓ, ਪਹਿਲੀ ਲਾਈਨ ਹੈ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਭਾਈ ਗੁਰਦਾਸ ਜੀ ਹੋਰਾਂ ਵੱਲੋਂ ਇਹ ਜਿਹੜੀ ਰਚਨਾ ਹੈ ਇਹ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਹੈ, ਉਹਨਾਂ ਦੀ ਸ਼ਖਸੀਅਤ ਬਾਰੇ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਜਦੋਂ ਸਤਿਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਤਾਂ ਜਗਤ ਵਿੱਚੋਂ ਅਵਿਦਿਆ ਰੂਪ ਧੁੰਦ ਮਿਟ ਗਈ, ਅਗਿਆਨ ਮਿਟ ਗਿਆ ਤੇ ਗਿਆਨ ਰੂਪ ਚਾਨਣ ਹੋ ਗਿਆ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਜਿਸ ਤਰ੍ਹਾਂ ਸੂਰਜ ਦੇ ਨਿਕਲਿਆ ਤਾਰੇ ਲੁਕ ਜਾਂਦੇ ਹਨ ਤੇ ਹਨੇਰਾ ਦੂਰ ਹੋ ਜਾਂਦਾ ਹੈ, ਇਸੇ ਤਰ੍ਹਾਂ ਖੰਡੀ ਅਲੋਪ ਹੋ ਗਏ ਅਤੇ ਭਰਮ ਜਾਲ ਹਟ ਗਿਆ ਹੈ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਸਿੰਘ ਭਾਵ ਸ਼ੇਰ ਜਦੋਂ ਬੁੱਕਦਾ ਹੈ ਤਾਂ ਮਿਰਗਾਵਲੀ ਉਸ ਵੇਲੇ ਜਿਹੜੀ ਹਰਨਾਂ ਦੀ ਡਾਰ ਹੈ ਉਹ ਭੱਜੀ ਜਾਂਦੀ ਹੈ, ਉਹ ਧੀਰਜ ਨਹੀਂ ਧਰਦੀ। ਇਸੇ ਤਰ੍ਹਾਂ ਹੀ ਗੁਰੂ ਜੀ ਦਾ ਉਪਦੇਸ਼ ਸੁਣ ਕੇ ਵਹਿਮੀ ਭਰਮੀ ਠਹਿਰ ਨਾ ਸਕੇ। ਇੱਕ ਬਹੁਤ ਵੱਡਾ ਉਪਦੇਸ਼ ਜੋ ਗੁਰੂ ਨਾਨਕ ਦੇਵ ਜੀ ਨੇ ਲੋਕਾਈ ਨੂੰ, ਜਨਤਾ ਨੂੰ ਦਿੱਤਾ ਹੈ, ਉਸ ਦੇ ਬਾਰੇ ਗੱਲ ਕਰਦੇ ਹਨ। ਜਿੱਥੇ ਬਾਬਾ ਪੈਰ ਧਰ। ਜਿੱਥੇ ਬਾਬਾ ਪੈਰ ਧਰ। ਜੇ ਅਸੀਂ ਬਹੁਤ ਸਹਿਜਤਾ ਨਾਲ ਇਹਨਾਂ ਅੱਖਰਾਂ ਨੂੰ, ਇਹਨਾਂ ਸ਼ਬਦਾਂ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਆਸਾਨੀ ਨਾਲ ਅਰਥ ਸਮਝ ਆਉਂਦੇ ਜਾਂਦੇ ਹਨ। ਜਿੱਥੇ ਬਾਬਾ ਪੈਰ ਧਰ ਪੂਜਾ ਆਸਣ ਥਾਪਣ ਸੋਆ। ਭਾਵ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਹਨ, ਚਰਨ ਪਰਸੇ ਹਨ, ਉਹ ਸਾਰੀਆਂ ਥਾਵਾਂ ਪੂਜਾ ਕਰਨ ਯੋਗ ਹੋ ਗਈਆਂ ਹਨ। ਸਿੱਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੀ ਕੋਆ। ਜਿਹੜੇ ਕੋਈ ਜਗਤ ਵਿੱਚ ਸਿੱਧਾਂ ਦੇ ਸਥਾਨ ਸਨ ਉਹ ਸਾਰੇ ਨਾਨਕ ਮਤੇ ਵਾਂਗ ਗੁਰੂ ਨਾਨਕ ਦੇਵ ਜੀ ਦੇ ਹੋ ਗਏ। ਪਿਆਰੇ ਵਿਦਿਆਰਥੀਓ, ਸਿੱਧਾਂ ਬਾਰੇ ਤੁਸੀਂ ਪਹਿਲਾਂ ਵੀ ਸੁਣਿਆ ਹੋਵੇਗਾ ਕਿ ਕੁਝ ਉਹ ਜੋਗੀ ਲੋਕ, ਭਗਤ ਲੋਕ ਜਿਹੜੇ ਆਪਣਾ ਘਰ-ਬਾਰ ਤਿਆਗ ਕੇ ਪਹਾੜਾਂ ਵਿੱਚ ਜਾ ਕੇ ਭਗਤੀ ਕਰਨ ਲੱਗ ਜਾਂਦੇ ਸਨ। ਉਹਨਾਂ ਨਾਲ ਗੋਸ਼ਟ ਰਚਾਇਆ ਬਾਬੇ ਨਾਨਕ ਜੀ ਨੇ, ਉਹਨਾਂ ਨਾਲ ਵਿਚਾਰ ਚਰਚਾ ਕੀਤੀ ਕਿ ਤੁਸੀਂ ਆਪਣਾ ਘਰ, ਆਪਣੀ ਜ਼ਿੰਮੇਵਾਰੀ ਭੁੱਲ ਕੇ ਇੱਥੇ ਆ ਬੈਠੇ ਹੋ। ਸੋ ਇਸ ਤਰ੍ਹਾਂ ਉਹ ਥਾਵਾਂ ਜਿੱਥੇ ਉਹਨਾਂ ਨੇ ਸਿੱਧਾਂ ਵਰਗਿਆਂ ਨੂੰ ਗਿਆਨ ਦਿੱਤਾ, ਉਹ ਥਾਵਾਂ ਫਿਰ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਪ੍ਰਸਿੱਧ ਹੋ ਗਈਆਂ। ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ। ਘਰ ਘਰ ਦੇ ਵਿੱਚ ਧਰਮ ਦੀਆਂ ਗੱਲਾਂ ਹੋਣ ਲੱਗੀਆਂ। ਗੁਰੂ ਜੀ ਨੇ ਘਰ ਘਰ ਅੰਦਰ ਧਰਮਸਾਲ ਬਣਾ ਦਿੱਤੀ ਜਿੱਥੇ ਸਦਾ ਹੀ ਕੀਰਤਨ ਹੁੰਦਾ ਹੈ, ਜਿਵੇਂ ਕਿ ਵਿਸਾਖੀ ਹੁੰਦੀ ਹੈ। ਪਿਆਰੇ ਵਿਦਿਆਰਥੀਓ, ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨਾਲ ਘਰ ਘਰ ਦੇ ਵਿੱਚ ਧਰਮ ਦੀਆਂ ਗੱਲਾਂ ਹੋਣ ਲੱਗ ਪਈਆਂ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ। ਬਾਬੇ ਤਾਰੇ ਚਾਰ ਚੱਕ ਭਾਵ ਬਾਬੇ ਨੇ ਉੱਤਰ, ਦੱਖਣ, ਪੂਰਬ, ਪੱਛਮ ਚਾਰੇ ਦਿਸ਼ਾਵਾਂ ਤਾਰ ਦਿੱਤੀਆਂ। ਨੌ ਖੰਡ ਕਿਹਾ ਜਾਂਦਾ ਹੈ ਕਿ ਧਰਤੀ ਦੇ 9 ਖੰਡ ਨੇ। 9 ਖੰਡਾਂ ਵਾਲੀ ਧਰਤੀ ਵਿਖੇ ਸੱਚ ਦਾ ਮੇਲ ਹੋ ਗਿਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਕਲਯੁਗ ਦੇ ਵਿੱਚ ਪ੍ਰਗਟ ਹੋ ਗਏ। ਪਿਆਰੇ ਵਿਦਿਆਰਥੀਓ, ਪ੍ਰਸੰਗ ਲਿਖਣ ਲਈ ਤੁਸੀਂ ਲਿਖੋਗੇ ਕਿ ਇਹ ਸ਼ਬਦ ਜਾਂ ਇਹ ਕਾਵ ਟੋਟਾ ਸਾਡੀ ਪਾਠ ਪੁਸਤਕ ਵਿੱਚ ਭਾਈ ਗੁਰਦਾਸ ਜੀ ਦੀ ਰਚਨਾ ਸਤਿਗੁਰੂ ਨਾਨਕ ਪ੍ਰਗਟਿਆ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਗੱਲ ਕੀਤੀ ਹੈ। ਵਿਆਖਿਆ ਤੁਹਾਡੇ ਨਾਲ ਸਾਂਝੀ ਕਰ ਹੀ ਲਈ ਹੈ। ਕੇਂਦਰੀ ਭਾਵ ਵਿੱਚ ਪਿਆਰੇ ਵਿਦਿਆਰਥੀਓ ਅਸੀਂ ਇਹ ਲਿਖਾਂਗੇ ਕਿ ਸਤਿਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਨਾਲ ਸੰਸਾਰ ਵਿੱਚੋਂ ਅਗਿਆਨ ਦਾ ਅੰਧੇਰਾ ਦੂਰ ਹੋ ਗਿਆ ਅਤੇ ਚਾਰੇ ਪਾਸੇ ਚਾਨਣ ਹੋਣਾ ਸ਼ੁਰੂ ਹੋ ਗਿਆ।
ਸੋ ਇਹ ਕੇਂਦਰੀ ਭਾਵ ਹੈ। ਇਸ ਦੇ ਵਿੱਚੋਂ ਤੁਹਾਨੂੰ ਕੋਈ ਵੀ ਛੋਟਾ ਪ੍ਰਸ਼ਨ ਆ ਸਕਦਾ ਹੈ। ਜਦੋਂ ਤੁਸੀਂ ਪ੍ਰਸੰਗ ਤੇ ਵਿਆਖਿਆ ਧਿਆਨ ਨਾਲ ਪਿਆਰੇ ਵਿਦਿਆਰਥੀਓ ਲਿਖੋਗੇ, ਯਾਦ ਕਰੋਗੇ ਤਾਂ ਛੋਟੇ ਪ੍ਰਸ਼ਨ ਤੁਹਾਨੂੰ ਕੋਈ ਵੀ ਆ ਜਾਣ, ਇਸ ਦੇ ਵਿੱਚੋਂ ਹੀ ਆਉਂਦੇ ਹਨ, ਉਹ ਤੁਸੀਂ ਆਸਾਨੀ ਨਾਲ ਲਿਖ ਸਕੋਗੇ। ਦੂਸਰੀ ਜੋ ਰਚਨਾ ਹੈ ਤੁਹਾਡੀ ਸਿਲੇਬਸ ਦੇ ਵਿੱਚ, ਉਹ ਹੈ ਦੇਖ ਪਰਾਈਆਂ ਚੰਗੀਆਂ। ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਉਸ ਸੂਰ ਉਸ ਗਾਏ ਹੈ, ਪਰ ਤਨ ਹਿੰਦੂ ਮੁਸਲਮਾਨ, ਪੁੱਤਰ ਕਲਤਰ ਕੁਟੰਬ ਦੇਖ, ਮੋਹੇ ਮੋਹੇ ਨਾ ਤੋਹੇ ਧਿਆਣੇ, ਉਸਤਤ ਨਿੰਦਾ ਕੰਨ ਸੁਣ, ਆਪੋ ਬੁਰਾ ਨ ਆਖ ਬਖਾਣੇ, ਵੱਡ ਪ੍ਰਤਾਪ ਨਾ ਆਪ ਗਣ ਕਰ, ਅਹੰ ਮਿਓ ਨਾ ਕਿਸੇ ਰਜਾਣੇ, ਗੁਰਮੁਖ ਸੁਖ ਪਲ ਪਾਇਆ, ਰਾਜ ਜੋਗ ਰਸ ਰਲੀਆ ਮਾਣੇ, ਸਾਧ ਸੰਗਤ ਬਿਟ ਹੋ ਕੁਰਬਾਣੇ। ਪਿਆਰੇ ਵਿਦਿਆਰਥੀਓ, ਕੁਝ ਔਖੇ ਸ਼ਬਦਾਂ ਦੇ ਅਰਥ ਦਿੱਤੇ ਗਏ ਹਨ। ਕਲਤਰ ਭਾਵ ਇਸਤਰੀ, ਤੋਹੇ ਧਿਆਣੇ ਛਲ ਤੇ ਧੱਕਾ, ਅਹਮੇਓ ਅਹੰਕਾਰ ਰੁਝਾਣੇ ਨਾਰਾਜ਼ ਨਾ ਕਰੇ, ਰਸ ਰਲੀਆਂ ਆਨੰਦ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਇਸ ਰਚਨਾ ਦਾ ਉੱਪਰ ਜੋ ਲਿਖਿਆ ਹੋਇਆ ਤੁਹਾਡੇ ਨਾਲ ਟਾਈਟਲ ਮੈਂ ਪੜ੍ਹਿਆ ਹੈ, ਦੇਖ ਪਰਾਈਆਂ ਚੰਗੀਆਂ, ਉਸੇ ਤਰ੍ਹਾਂ ਅੱਗੇ ਲਿਖਿਆ ਗਿਆ ਹੈ, ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਮਨੁੱਖ ਪਰਾਈਆਂ ਸੋਹਣੀਆਂ ਇਸਤਰੀਆਂ ਨੂੰ ਵੇਖ ਕੇ ਵੱਡੀਆਂ ਨੂੰ ਮਾਵਾਂ, ਬਰਾਬਰ ਦੀਆਂ ਨੂੰ ਭੈਣਾਂ ਤੇ ਛੋਟੀਆਂ ਨੂੰ ਧੀਆਂ ਜਾਣੇ। ਪਿਆਰੇ ਵਿਦਿਆਰਥੀਓ, ਇਹਨਾਂ ਰਚਨਾਵਾਂ ਦੀ ਜਿੰਨੀ ਪ੍ਰਸੰਗਿਕਤਾ, ਜਿੰਨਾ ਮਹੱਤਵ ਉਦੋਂ ਸੀ, ਓਨਾ ਹੀ ਮਹੱਤਵ ਅੱਜ ਦੇ ਸਮੇਂ ਹੈ। ਇਹ ਇੱਕ ਬਹੁਤ ਵੱਡੀ ਕਿਸੇ ਵੀ ਰਚਨਾ ਦੀ ਪ੍ਰਾਪਤੀ ਹੁੰਦੀ ਹੈ ਕਿ ਉਹ ਰਚਨਾ ਕਿਸੇ ਵੀ ਯੁੱਗ ਵਿੱਚ ਓਨੀ ਹੀ ਮਕਬੂਲ ਤੇ ਓਨੀ ਹੀ ਮਹੱਤਵਪੂਰਨ ਹੁੰਦੀ ਹੈ। ਭਾਵੇਂ ਯੁੱਗ ਬਦਲ ਜਾਣ, ਉਹ ਵਿਚਾਰ, ਉਹ ਮਹਾਨਤਾ ਅੱਜ ਵੀ ਉਸੇ ਤਰ੍ਹਾਂ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਦੀ ਹੈ, ਜਿਸ ਤਰ੍ਹਾਂ ਉਹਨਾਂ ਨੇ ਉਸ ਯੁੱਗ ਦੇ ਵਿੱਚ ਲਿਖੀਆਂ ਹਨ। ਉਸ ਸੂਰ ਉਸ ਗਾਏ ਹੈ, ਪਰ ਧਨ ਹਿੰਦੂ ਮੁਸਲਮਾਨ ਹੈ। ਜੋ ਪਰਾਇਆ ਧਨ ਹੈ ਉਹ ਹਿੰਦੂ ਗਊ ਸਮਝੇ ਤੇ ਮੁਸਲਮਾਨ ਉਸ ਨੂੰ ਸੂਰ ਸਮਝੇ। ਪੁੱਤਰ ਕਲਤਰ ਕਟੰਬ ਦੇਖ, ਮੋਹੇ ਮੋਹੇ ਨਾ ਧੋਹੇ ਧਿਆਣੇ। ਪੁੱਤਰ ਇਸਤਰੀ ਤੇ ਪਰਿਵਾਰ ਨੂੰ ਵੇਖ ਕੇ ਮੋਹੇ ਜਾਣਾ ਅਤੇ ਫਿਰ ਮੋਹ ਦੇ ਵਸ ਹੋ ਕੇ ਕਿਸੇ ਨਾਲ ਧਰੋ ਤੇ ਧੱਕਾ ਨਾ ਕਰੇ। ਉਸਤਤ ਨਿੰਦਾ ਕੰਨ ਸੁਣ, ਆਪੋ ਬੁਰਾ ਨਾ ਆਖ ਬਖਾਣੇ। ਉਸਤਤ ਤੇ ਨਿੰਦਾ ਨੂੰ ਕੰਨਾਂ ਨਾਲ ਸੁਣ ਕੇ, ਕਈ ਵਾਰ ਅਸੀਂ ਪ੍ਰਸ਼ੰਸਾ ਸੁਣ ਕੇ ਆਪਣੇ ਆਪ ਤੇ ਹੰਕਾਰ ਕਰਦੇ ਹਾਂ ਤੇ ਕਈ ਵਾਰੀ ਕਿਸੇ ਦੀ ਨਿੰਦਾ ਸੁਣ ਕੇ ਅੰਦਰੋਂ ਅੰਦਰ ਹੀ ਖੁਸ਼ ਹੁੰਦੇ ਹਾਂ। ਇਸ ਤਰ੍ਹਾਂ ਦੀਆਂ ਗੱਲਾਂ ਨਾਲ ਕਿਸੇ ਨੂੰ ਵੀ ਆਪਣੇ ਤੋਂ ਬੁਰਾ ਕਹਿ ਕੇ ਨਾ ਸੁਣਾਵੇ। ਵੱਡ ਪ੍ਰਤਾਪ ਨਾ ਆਪ ਗਣ ਕਰ, ਅਹਮੇਓ ਨਾ ਕਿਸੇ ਰਜਾਣੇ। ਆਪਣਾ ਵੱਡਾ ਪ੍ਰਤਾਪ ਨਾ ਗਿਣੇ ਅਤੇ ਹੰਕਾਰ ਕਰਕੇ ਕਿਸੇ ਨੂੰ ਦੁੱਖ ਨਾ ਦੇਵੇ। ਗੁਰਮੁਖ ਸੁਖ ਫਲ ਪਾਇਆ, ਰਾਜ ਜੋਗ ਰਸ ਰਲਿਆ ਮਾਣੈ। ਜੋ ਇਸ ਤਰ੍ਹਾਂ ਦੇ ਕੰਮ ਕਰਦਾ ਹੈ, ਉਸਨੇ ਸਤਿਗੁਰਾਂ ਪਾਸੋਂ ਸੁੱਖ ਦੀ ਪ੍ਰਾਪਤੀ ਕਰ ਲਈ ਹੈ ਅਤੇ ਉਹ ਰਾਜ ਜੋਗ ਦੀਆਂ ਰੰਗ ਰਲੀਆਂ ਮਾਣਦਾ ਹੈ। ਭਾਵ ਜੋ ਕੁਦਰਤ ਦੀ ਰਜਾ ਅਨੁਸਾਰ ਚੱਲਦਾ ਹੈ, ਜੋ ਕਿਸੇ ਨਾਲ ਧੱਕਾ ਨਹੀਂ ਕਰਦਾ, ਜੋ ਕਿਸੇ ਨਾਲ ਮਾੜਾ ਵਿਵਹਾਰ ਜਾਂ ਮਾੜਾ ਵਰਤਾਓ ਨਹੀਂ ਕਰਦਾ, ਤਾਂ ਉਸ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਸਾਧ ਸੰਗਤ ਬਿਟ ਹੋ ਕੁਰਬਾਨੈ। ਮੈਂ ਅਜਿਹੀ ਸਾਧ ਸੰਗਤ ਉੱਪਰੋਂ ਕੁਰਬਾਨ ਜਾਂਦਾ ਹਾਂ ਜਿਸ ਤੋਂ ਇਹ ਪਦਾਰਥ ਪ੍ਰਾਪਤ ਹੁੰਦੇ ਹਨ। ਸੋ ਪਿਆਰੇ ਵਿਦਿਆਰਥੀਓ, ਇਸ ਰਚਨਾ ਦਾ ਕੇਂਦਰੀ ਭਾਵ ਇਹ ਹੈ ਕਿ ਸਾਨੂੰ ਪਰਾਈ ਕੋਈ ਵੀ ਸੁੰਦਰ ਚੀਜ਼ ਦੇਖ ਕੇ ਉਸ ਦਾ ਲਾਲਚ ਨਹੀਂ ਕਰਨਾ ਚਾਹੀਦਾ, ਸਗੋਂ ਜੋ ਸੱਚ ਦਾ ਰਸਤਾ ਹੈ ਜਾਂ ਜੋ ਸਾਡੇ ਕੋਲ ਹੈ ਉਸ ਦੇ ਨਾਲ ਹੀ ਸਬਰ ਸੰਤੋਖ ਨਾਲ ਸਾਨੂੰ ਜ਼ਿੰਦਗੀ ਜਿਉਣੀ ਚਾਹੀਦੀ ਹੈ। ਭਾਈ ਗੁਰਦਾਸ ਜੀ ਪਿਆਰੇ ਵਿਦਿਆਰਥੀਓ ਸਾਨੂੰ ਉੱਚਾ ਸੁੱਚਾ ਆਚਰਣ, ਉੱਚੇ ਆਚਰਣ ਦੇ ਨਾਲ ਜੀਵਨ ਜਿਉਣ ਦੀ ਗੱਲ ਇਸ ਵਿੱਚ ਆਖਦੇ ਹਨ। ਕੇਂਦਰ ਬਿੰਦੂ ਇਹੀ ਹੈ ਇਸ ਕਵਿਤਾ ਦਾ, ਕੇਂਦਰੀ ਭਾਵ ਵੀ ਤੁਸੀਂ ਜਾਣਦੇ ਹੋ ਕਿ ਉਹੀ ਹੁੰਦਾ ਹੈ ਜਿਸ ਦੇ ਦੁਆਲੇ ਉਹ ਕਵਿਤਾ, ਉਹ ਰਚਨਾ ਘੁੰਮਦੀ ਹੈ। ਪਿਆਰੇ ਵਿਦਿਆਰਥੀਓ, ਅਗਲੀ ਜੋ ਰਚਨਾ ਹੈ ਭਾਈ ਗੁਰਦਾਸ ਦੀ, ਉਹ ਤੁਹਾਡੇ ਸਿਲੇਬਸ ਦੇ ਵਿੱਚ ਹੈ, ਆਪ ਭਲਾ ਸਭ ਜਗ ਭਲਾ। ਜਿਵੇਂ ਕਿ ਇਸ ਸ਼ਬਦ ਤੋਂ ਹੀ ਇਹ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਦੇ ਅਰਥ ਕੀ ਹਨ ਕਿ ਜੋ ਆਪ ਭਲਾ ਹੈ ਉਸ ਦੇ ਲਈ ਸਾਰਾ ਹੀ ਜੱਗ ਭਲਾ ਹੈ, ਜੋ ਆਪ ਚੰਗਾ ਹੈ ਉਸ ਦੇ ਲਈ ਸਾਰੀ ਹੀ ਦੁਨੀਆ ਚੰਗੀ ਹੈ। ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ।
ਸੋ ਇਹ ਰਚਨਾ ਤੁਹਾਡੇ ਨਾਲ ਪਿਆਰੇ ਵਿਦਿਆਰਥੀਓ ਮੈਂ ਸਾਂਝੀ ਕਰਦਾ ਹਾਂ। ਆਪ ਭਲਾ ਸਭ ਜਗ ਭਲਾ, ਭਲਾ ਭਲਾ ਸਭਨਾ ਕਰ ਦੇਖੈ। ਆਪ ਬੁਰਾ ਸਭ ਜਗ ਬੁਰਾ, ਸਭ ਕੋ ਬੁਰਾ ਬੁਰੇ ਦੇ ਲੇਖੈ। ਪਿਆਰੇ ਵਿਦਿਆਰਥੀਓ, ਜੋ ਆਪ ਭਲਾ ਹੈ ਉਹਦੇ ਲਈ ਸਾਰਾ ਜਹਾਨ ਭਲਾ ਹੈ, ਜੋ ਆਪ ਬੁਰਾ ਹੈ ਉਸ ਦੇ ਲਈ ਸਾਰਾ ਜਗ ਬੁਰਾ ਹੈ। ਕਿਸ਼ਨ ਸਹਾਈ ਪਾਂਡਵਾ, ਕਿਸ਼ਨ ਜੀ ਪਾਂਡਵਾਂ ਦੇ ਨਾਲ ਸਹਾਈ ਹੋਏ। ਭਾਏ ਭਗਤ ਕਰ ਤੂਤ ਵਸੇਖੈ। ਦੂਜੇ ਪਾਸੇ ਦੁਰਯੋਧਨ ਸੀ ਤੇ ਉਸਦੇ ਵੱਲੋਂ ਜੋ ਭਰਾਵਾਂ ਨਾਲ ਵਿਵਹਾਰ ਕੀਤਾ ਗਿਆ ਉਹ ਤੁਸੀਂ ਭਲੀ ਭਾਂति ਇਤਿਹਾਸ ਨੂੰ ਪੜ੍ਹਿਆ ਹੈ, ਸੁਣਿਆ ਹੈ। ਬੈਰ ਪਾਹੋ ਚਿਤ ਕੈਰਵਾ, ਗਣਤੀ ਗਣਨ ਅੰਦਰ ਕਾ ਲੇਖੈ। ਭਲਾ ਬੁਰਾ ਪਰਵੰਨਿਆ, ਭਾਲਣ ਗਏ ਨਾ ਦਿਸਟ ਸਰੇਖੈ। ਬੁਰਾ ਨ ਕੋਈ ਜੁਦਿਸ ਟਰੈ, ਦੁਰਯੋਧਨ ਕੋ ਭਲਾ ਨ ਦੇਖੈ। ਕਰ ਬੈ ਹੋਏ ਸੋ ਟੋਟੀ ਰੇਖੈ। ਪਿਆਰੇ ਵਿਦਿਆਰਥੀਓ, ਔਖੇ ਸ਼ਬਦ ਨੇ। ਭਾਏ ਭਗਤ ਕਰਤੂਤ ਵਸੇਖੈ, ਪ੍ਰੇਮ ਭਗਤੀ ਦਾ ਕਰਤੱਵ ਉਹਨਾਂ ਵਿੱਚ ਵਿਸ਼ੇਸ਼ ਸੀ। ਗਣਤੀ ਗਣਨ, ਗਿਣਤੀਆਂ ਗਿਣਦੇ ਹਨ। ਕਾਲੇਖ ਹੈ, ਕਾਲਖ। ਪਰਵੰਨਿਆ, ਮੰਨੇ ਪਰਵੰਨੇ। ਨਾ ਦਿਸ਼ਟ ਸਰੀਖੈ, ਸਮ ਦ੍ਰਿਸ਼ਟੀ ਨਹੀਂ ਸੀ। ਕਰ ਬੈ ਗੰਗਾ ਸਾਗਰ ਰੇਖੈ, ਨਿਕਲੇਗਾ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਜੋ ਆਪ ਭਲਾ ਹੈ ਉਸਦੇ ਭਾਣੇ ਸਾਰਾ ਜਗਤ ਭਲਾ ਹੈ, ਕਿਉਂਕਿ ਭਲਾ ਪੁਰਸ਼ ਸਾਰੇ ਜਗਤ ਨੂੰ ਭਲਾ ਕਰਕੇ ਵੇਖਦਾ ਹੈ। ਜੋ ਆਪ ਬੁਰਾ ਹੈ ਉਸਦੇ ਭਾਣੇ ਸਾਰਾ ਜਗਤ ਬੁਰਾ ਹੈ, ਕਿਉਂਕਿ ਬੁਰੇ ਦੇ ਲੇਖੇ ਵਿੱਚ ਤਾਂ ਸਭ ਕੋਈ ਬੁਰਾ ਹੈ। ਕਿਸ਼ਨ ਸਹਾਈ ਪਾਂਡਵਾ, ਭਾਏ ਭਗਤ ਕਰਤੂਤ ਵਸੇਖੈ। ਸ਼੍ਰੀ ਕ੍ਰਿਸ਼ਨ ਜੀ ਪਾਂਡਵਾਂ ਦੇ ਸਹਾਈ ਹੋਏ ਸਨ, ਕਿਉਂਕਿ ਉਹਨਾਂ ਵਿੱਚ ਪ੍ਰੇਮਾ ਭਗਤੀ ਕੌਰਵਾਂ ਨਾਲੋਂ ਵਧੇਕ ਸੀ। ਉਹ ਆਪ ਵੀ ਭਗਤੀ ਵਾਲੇ ਸਨ। ਪਰ ਜਿਹੜੇ ਬੈਰ ਭਾਓ ਚਿੱਤ ਕੈਰਬਾ, ਗਣਤੀ ਗਣਨ ਅੰਦਰ ਕਾ ਲੇਖੈ, ਜਿਹੜੇ ਕੌਰਵ ਸਨ ਉਹਨਾਂ ਦੇ ਚਿੱਤ ਵਿੱਚ ਬੈਰ ਭਾਵ ਸੀ, ਇਸ ਲਈ ਉਹ ਕਾਲੇ ਦਿਲ ਵਿੱਚ ਬਦਲੇ ਲੈਣ ਦੀਆਂ ਹੀ ਸੋਚਦੇ ਸਨ। ਇਸੇ ਤਰ੍ਹਾਂ ਦੀ ਇੱਕ ਉਦਾਹਰਨ ਦਿੰਦੇ ਹਨ। ਭਲਾ ਬੁਰਾ ਪਰਵੰਨਿਆ, ਭਾਲਣ ਗਏ ਨਾ ਦਿਸ਼ਟ ਸਰੀਖੈ। ਬੁਰਾ ਨਾ ਕੋਈ ਯੁਧਿਸ਼ਟਿਰੈ, ਦੁਰਯੋਧਨ ਕੋ ਭਲਾ ਨਾ ਦੇਖੈ। ਕਰ ਬੈ ਹੋਏ ਸੋ ਟੋਟੀ ਰੇਖੈ। ਮੰਨੇ ਪਰਵੰਨੇ, ਦੋ ਰਾਜੇ ਬੁਰਾ ਤੇ ਭਲਾ ਪੁਰਸ਼ ਭਾਲਣ ਗਏ, ਪਰ ਉਹਨਾਂ ਦੋਹਾਂ ਦੀ ਦ੍ਰਿਸ਼ਟੀ ਇੱਕੋ ਜਿਹੀ ਨਹੀਂ ਸੀ, ਕਿਉਂਕਿ ਆਪਾਂ ਪਹਿਲਾਂ ਗੱਲ ਕੀਤੀ ਹੈ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਯੁਧਿਸ਼ਟਰ ਨੂੰ ਕੋਈ ਬੁਰਾ ਤੇ ਦੁਰਯੋਧਨ ਨੂੰ ਕੋਈ ਭਲਾ ਨਾ ਦਿਸਿਆ। ਗੰਗਾ ਸਾਗਰ ਵਿੱਚ ਜੋ ਹੁੰਦਾ ਹੈ ਟੂਟੀ ਦੀ ਧਾਰ ਵਿੱਚੋਂ ਉਹੀ ਨਿਕਲੇਗਾ। ਭਾਵ ਜੋ ਸਾਡੇ ਅੰਦਰ, ਜੋ ਸਾਡੇ ਮਨ ਵਿੱਚ ਹੋਵੇਗਾ ਉਹੀ ਅਸੀਂ ਬਾਹਰ ਕੱਢਾਂਗੇ, ਉਹੀ ਸਾਡਾ ਸੁਭਾਅ ਹੋਵੇਗਾ। ਇਸ ਕਰਕੇ ਉੱਚੇ ਸੁੱਚੇ ਵਿਚਾਰ ਰੱਖਣ ਦੀ ਭਾਈ ਗੁਰਦਾਸ ਜੀ ਸਾਨੂੰ ਸਿੱਖਿਆ ਦਿੰਦੇ ਹਨ। ਸੋ ਪਿਆਰੇ ਵਿਦਿਆਰਥੀਓ, ਇਸ ਰਚਨਾ ਦਾ ਕੇਂਦਰੀ ਭਾਵ ਵੀ ਇਹੀ ਹੈ ਕਿ ਸਾਨੂੰ ਅੰਦਰੋਂ ਬਿਲਕੁਲ ਸਾਫ਼ ਤੇ ਸ਼ੁੱਧ ਤੇ ਉੱਚਾ ਆਚਰਣ ਸਾਡਾ ਹੋਣਾ ਚਾਹੀਦਾ ਹੈ, ਕਿਉਂਕਿ ਜਿਸ ਤਰ੍ਹਾਂ ਦਾ ਅਸੀਂ ਵਿਵਹਾਰ ਕਿਸੇ ਨਾਲ ਕਰਾਂਗੇ ਉਸ ਤਰ੍ਹਾਂ ਦਾ ਹੀ ਵਿਵਹਾਰ ਸਾਡੇ ਨਾਲ ਹੋਵੇਗਾ। ਪਿਆਰੇ ਵਿਦਿਆਰਥੀਓ, ਤੁਹਾਡੇ ਮਨ 'ਚ ਇਹਨਾਂ ਰਚਨਾਵਾਂ ਨੂੰ ਪੜ੍ਹ ਕੇ ਜੋ ਵੀ ਕੇਂਦਰ ਬਿੰਦੂ ਇਹਨਾਂ ਰਚਨਾ ਦਾ ਲੱਗੇ ਉਹੀ ਕੇਂਦਰੀ ਭਾਵ ਹੁੰਦਾ ਹੈ। ਤੁਸੀਂ ਆਪਣੇ ਸ਼ਬਦਾਂ ਵਿੱਚ ਵੀ ਕੇਂਦਰੀ ਭਾਵ ਲਿਖ ਸਕਦੇ ਹੋ। ਅਗਲੀ ਜੋ ਰਚਨਾ ਹੈ ਪਿਆਰੇ ਵਿਦਿਆਰਥੀਓ, ਉਹ ਹੈ ਅਕਿਰਤ ਘਣ। ਨਾ ਤਿਸ ਪਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਪਾਰੇ ਕੋਟ ਗੜ ਕਰ ਬਾਰ ਤਿਸੰਦੇ। ਨਾ ਤਿਸ ਪਾਰੇ ਸਾਇਰਾ ਨਦ ਬਾਬ ਹੰਦੇ, ਨਾ ਤਿਸ ਪਾਰੇ ਤਰਵਰਾ ਫਲ ਸੁਫਲ ਫਲੰਦੇ। ਨਾ ਤਿਸ ਪਾਰੇ ਜੀ ਜੰਤ ਅਣਗਣਤ ਫਰੰਦੇ। ਪਾਰੇ ਪੁਈ ਅਕਿਰਤ ਘਣ ਮੰਦੀ ਹੋ ਮੰਦੇ। ਪਿਆਰੇ ਵਿਦਿਆਰਥੀਓ, ਸਭ ਤੋਂ ਵੱਧ ਭਾਰ ਧਰਤੀ ਅਕਿਰਤ ਘਣਾਂ ਦਾ ਮੰਨਦੀ ਹੈ। ਭਾਈ ਗੁਰਦਾਸ ਜੀ ਲਿਖਦੇ ਹਨ ਕਿ ਉੱਚੇ ਉੱਚੇ ਪਰਬਤ ਅਸਮਾਨ ਧਰਤੀ ਨੂੰ ਭਾਰੇ ਨਹੀਂ ਲੱਗਦੇ। ਨਾ ਤਿਸ ਭਾਰੇ ਪਰਬਤਾ ਅਸਮਾਨ ਖੰਦੇ, ਭਾਵ ਧਰਤੀ ਨੂੰ ਅਸਮਾਨ ਨਾਲ ਖਹਿਣ ਵਾਲੇ ਪਹਾੜਾਂ ਦਾ ਭਾਰ ਨਹੀਂ ਲੱਗਦਾ। ਨਾ ਤਿਸ ਭਾਰੇ ਕੋਟ ਗੜ ਘਰ ਬਾਰ ਦਸੰਦੇ, ਕਿਲੇ ਤੇ ਗੜੀਆਂ ਘਰ-ਬਾਰ ਜੋ ਦਿਸਦੇ ਹਨ ਨਾ ਹੀ ਉਸ ਨੂੰ ਇਹ ਭਾਰੇ ਲੱਗਦੇ ਹਨ। ਨਾ ਤਿਸ ਭਾਰੇ ਸਾਇਰਾ ਨਦ ਬਾਬ ਹੰਦੇ, ਨਾ ਉਸ ਨੂੰ ਵਗਣ ਵਾਲੇ ਦਰਿਆ ਸਮੁੰਦਰਾਂ ਦਾ ਭਾਰ ਲੱਗਦਾ ਹੈ। ਨਾ ਤਿਸ ਭਾਰੇ ਤਰਬਰਾ ਫਲ ਸੁਫਲ ਫਲੰਦੇ, ਨਾ ਹੀ ਉਸ ਨੂੰ ਫਲਾਂ ਫੁੱਲਾਂ ਨਾਲ ਫਲਣ ਵਾਲੇ ਦਰਖਤਾਂ ਦਾ ਭਾਰ ਲੱਗਦਾ ਹੈ।
ਨਾ ਤਿਸ ਭਾਰੇ ਜੀ ਜੰਤ ਅਣਗਿਣਤ ਫਰੰਦੇ, ਨਾ ਉਸ ਨੂੰ ਅਣਗਿਣਤ ਫਿਰ ਰਹੇ ਜੀਵਾਂ ਤੇ ਜੰਤੂਆਂ ਦਾ ਭਾਰ ਲੱਗਦਾ ਹੈ। ਤੇ ਫਿਰ ਕੀ ਭਾਰਾ ਲੱਗਦਾ ਹੈ? ਭਾਰੇ ਭੂਈ ਅਕਿਰਤ ਘਣ ਮੰਦੀ ਹੂੰ ਮੰਦੇ, ਧਰਤੀ ਨੂੰ ਕੀਤਾ ਨਾ ਜਾਣਨ ਵਾਲੇ। ਅਕਿਰਤ ਘਣ ਉਹ ਹੁੰਦਾ ਹੈ ਜੋ ਕਿਸੇ ਦਾ ਕੀਤਾ ਹੋਇਆ ਭੁੱਲ ਜਾਂਦਾ ਹੈ, ਉਹ ਸਭ ਤੋਂ ਭਾਰੇ ਲੱਗਦੇ ਹਨ, ਕਿਉਂਕਿ ਅਕਿਰਤ ਘਣ ਮੰਦਿਆਂ ਤੋਂ ਵੀ ਮੰਦੇ ਹਨ। ਸੋ ਪਿਆਰੇ ਵਿਦਿਆਰਥੀਓ, ਇਸ ਰਚਨਾ ਦਾ ਕੇਂਦਰੀ ਭਾਵ ਇਹੀ ਹੈ ਕਿ ਧਰਤੀ ਨੂੰ ਹੋਰ ਕੋਈ ਵੀ ਭਾਰ ਨਹੀਂ ਲੱਗਦਾ, ਪਰ ਅਕਿਰਤ ਘਣ ਲੋਕ ਉਸ ਨੂੰ ਬਹੁਤ ਭਾਰੇ ਲੱਗਦੇ ਹਨ। ਸੋ ਪਿਆਰੇ ਵਿਦਿਆਰਥੀਓ, ਆਪਾਂ ਵੀ ਇੱਕ ਵਿਦਿਆਰਥੀ ਹੋਣ ਦੇ ਨਾਤੇ ਇਹ ਸੋਚਣਾ ਹੈ ਕਿ ਅਸੀਂ ਧਰਤੀ ਲਈ ਜਾਂ ਇਸ ਸਮਾਜ ਲਈ ਅਕਿਰਤ ਘਣ ਤਾਂ ਨਹੀਂ, ਇਹ ਵੀ ਅਸੀਂ ਸਿੱਖਿਆ ਲੈਣੀ ਹੈ। ਸੋ ਪਿਆਰੇ ਵਿਦਿਆਰਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਪ੍ਰਸੰਗ ਵਿਆਖਿਆ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹੋਵੋਗੇ ਅਤੇ ਇਸ ਦੇ ਨਾਲ ਹੀ ਤੁਸੀਂ ਕੇਂਦਰੀ ਭਾਵ ਵੀ ਜਾਣ ਚੁੱਕੇ ਹੋਵੋਗੇ। ਫਿਰ ਵੀ ਕੋਈ ਤੁਹਾਨੂੰ ਪਾਠ ਸੰਬੰਧੀ ਸਮੱਸਿਆ ਆਵੇ ਤਾਂ ਤੁਸੀਂ 9872288913 'ਤੇ ਫੋਨ ਕਰਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਸੋ ਅੱਜ ਦੇ ਲਈ ਇੰਨਾ ਹੀ। ਪਿਆਰੇ ਵਿਦਿਆਰਥੀਓ, ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦੁਆਬਾ ਰੇਡੀਓ।